Hello students, as you know that in our previous video lectures we had done 4 tenses of present series and 4 tenses of past series, and now today we are going to start last tense of future series, future perfect continuous tense. We use will have been, shall have been plus first form of verb plus ing plus sense of for in this tense. Clear? ਜਿਵੇਂ ਕਿ ਮੈਂ ਤੁਹਾਨੂੰ ਪ੍ਰੈਜ਼ੈਂਟ ਕੰਟੀਨਿਊਸ ਅਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਫਰਕ ਦੱਸਿਆ ਸੀ ਇੱਕ ਕਿ ਪ੍ਰੈਜ਼ੈਂਟ ਕੰਟੀਨਿਊਸ ਜੋ ਹੁਣ ਕੰਮ ਲਗਾਤਾਰ ਚੱਲ ਰਿਹਾ ਹੈ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਉਹ ਕਿਸ ਤਰ੍ਹਾਂ ਬਣ ਜਾਵੇਗਾ ਜੇਕਰ ਅਸੀਂ ਉਸ ਵਿੱਚ ਟਾਈਮ ਮੈਂਸ਼ਨ ਕਰ ਦੇਵਾਂਗੇ। ਉਸੇ ਤਰ੍ਹਾਂ ਹੀ ਪਾਸਟ ਕੰਟੀਨਿਊਸ ਅਤੇ ਪਾਸਟ ਪਰਫੈਕਟ ਕੰਟੀਨਿਊਸ ਦਾ ਵੀ ਇਹੀ ਫਰਕ ਸੀ ਕਿ ਜੋ ਪਾਸਟ ਕੰਟੀਨਿਊਸ ਹੈ ਪਾਸਟ ਵਿੱਚ ਕੋਈ ਕੰਮ ਲਗਾਤਾਰ ਚੱਲ ਰਿਹਾ ਸੀ ਉਹ ਪਾਸਟ ਕੰਟੀਨਿਊਸ ਹੋ ਗਿਆ। ਜੇਕਰ ਅਸੀਂ ਉਸ ਵਿੱਚ ਕੋਈ ਟਾਈਮ ਮੈਂਸ਼ਨ ਕਰ ਦਈਏ ਕਿ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲ ਰਿਹਾ ਸੀ ਜਾਂ ਕਦ ਉਹ ਸਟਾਰਟ ਹੋਇਆ ਸੀ ਤਾਂ ਉਹ ਪਾਸਟ ਪਰਫੈਕਟ ਕੰਟੀਨਿਊਸ ਬਣ ਜਾਵੇਗਾ। ਇਸੇ ਤਰ੍ਹਾਂ ਹੀ ਅੱਜ ਅਸੀਂ ਕੀ ਕਰਨ ਜਾ ਰਹੇ ਹਾਂ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਇਸ ਦਾ ਫਰਕ ਵੀ ਫਿਊਚਰ ਕੰਟੀਨਿਊਸ ਟੈਂਸ ਦੇ ਨਾਲ ਕੀ ਫਰਕ ਹੈ। ਫਿਊਚਰ ਕੰਟੀਨਿਊਸ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਕੰਮ ਲਗਾਤਾਰ ਚੱਲ ਰਿਹਾ ਹੋਵੇਗਾ, ਪਰ ਜੇਕਰ ਅਸੀਂ ਉਸ ਵਿੱਚ ਕੋਈ ਟਾਈਮ ਮੈਂਸ਼ਨ ਕਰ ਦਈਏ ਤਾਂ ਉਹ ਕੀ ਬਣ ਜਾਵੇਗਾ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਜਿਵੇਂ ਇਹ ਦੇਖੋ ਵੀ ਯੂਜ਼ ਦਿਸ ਟੈਂਸ ਟੂ ਡਿਸਕ੍ਰਾਈਬ ਸਮ ਐਕਸ਼ਨ ਵਿਚ ਵਿਲ ਬੀ ਕੰਟੀਨਿਊ ਇਨ ਫਿਊਚਰ ਟਾਈਮ। ਜਿਹੜਾ ਕੀ ਹੈ ਕੋਈ ਫਿਊਚਰ ਟਾਈਮ ਵਿੱਚ ਕੰਟੀਨਿਊ ਰਹੇਗਾ ਬਟ ਟਾਈਮ ਇਜ਼ ਮੈਂਸ਼ਨਡ ਇਨ ਦਿਸ ਟੈਂਸ, ਪਰ ਟਾਈਮ ਮੈਂਸ਼ਨ ਹੁੰਦਾ ਹੈ। ਜਿਵੇਂ ਦੇਖੋ ਲਤਾ ਵਿਲ ਹੈਵ ਬੀਨ ਸਿੰਗਿੰਗ ਸਿੰਸ ਮਾਰਨਿੰਗ। ਲਤਾ ਕੀ ਹੈ ਸਵੇਰ ਤੋਂ ਗਾ ਰਹੀ ਹੋਵੇਗੀ। ਕਲੀਅਰ? ਜੇਕਰ ਅਸੀਂ ਆਪਾਂ ਕੇਵਲ ਇਹੀ ਕਹਿ ਦਿੰਦੇ ਕਿ ਲਤਾ ਗਾ ਰਹੀ ਹੋਵੇਗੀ ਉਹ ਤਾਂ ਫਿਊਚਰ ਕੰਟੀਨਿਊਸ ਟੈਂਸ ਹੁੰਦਾ, ਲਤਾ ਗਾ ਰਹੀ ਹੋਵੇਗੀ। ਪਰ ਜੇਕਰ ਅਸੀਂ ਵਿੱਚ ਟਾਈਮ ਮੈਂਸ਼ਨ ਕਰ ਦਿੱਤਾ ਕਿ ਸਵੇਰ ਤੋਂ ਗਾ ਰਹੀ ਹੋਵੇਗੀ ਤਾਂ ਉਹ ਕੀ ਬਣ ਗਿਆ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਕਲੀਅਰ? ਸਿੰਸ ਕਿੱਥੇ ਲੱਗਦਾ ਹੈ ਜਾਂ ਫॉर ਕਿੱਥੇ ਲੱਗਦਾ ਹੈ ਇਹ ਮੈਂ ਪਿਛਲੇ ਜੋ ਲੈਕਚਰਸ ਹਨ ਉਹਨਾਂ ਵਿੱਚ ਵੀ ਕਲੀਅਰ ਤੁਹਾਨੂੰ ਕਰ ਦਿੱਤਾ ਸੀ। ਜੋ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਕੀਤਾ ਸੀ ਉਸ ਵਿੱਚ ਇੱਕ ਸੈਪਰੇਟ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਿਆ ਸੀ ਕਿ ਸਿੰਸ ਅਸੀਂ ਕਿੱਥੇ ਲਗਾਉਣੇ ਆ, ਫॉर ਕਿੱਥੇ ਲਗਾਉਣੇ ਆ। ਇੱਥੇ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਚਲੋ ਕਿ ਸਿੰਸ ਅਸੀਂ ਸਟਾਰਟਿੰਗ ਆਫ ਟਾਈਮ ਦੇ ਲਈ ਲਗਾਉਣੇ ਆ ਅਤੇ ਫॉर ਕਿੱਥੇ ਲਗਾਉਣੇ ਆ ਜਦ ਕੁਆਂਟੀਟੀ ਆਫ ਟਾਈਮ ਹੋਵੇ। ਕਲੀਅਰ? ਡਿਟੇਲ ਵਿੱਚ ਤੁਸੀਂ ਉੱਥੋਂ ਦੇਖ ਸਕਦੇ ਹੋ। ਲਤਾ ਵਿਲ ਹੈਵ ਬੀਨ ਸਿੰਗਿੰਗ ਸਿੰਸ ਮਾਰਨਿੰਗ। ਲਤਾ ਸੁਬਾਹ ਤੋਂ ਸਵੇਰ ਤੋਂ ਗਾ ਰਹੀ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਇਹ ਕੰਮ ਚੱਲ ਰਿਹਾ ਹੋਵੇਗਾ ਪਰ ਵਿੱਚ ਟਾਈਮ ਮੈਂਸ਼ਨ ਕੀਤਾ ਗਿਆ ਹੈ ਸਵੇਰ ਤੋਂ ਗਾ ਰਹੀ ਹੋਵੇਗੀ। ਕਲੀਅਰ? ਇਹ ਸਟਾਰਟਿੰਗ ਆਫ ਟਾਈਮ ਸੀ ਸਿੰਸ ਲੱਗਿਆ ਹੋਇਆ। ਇਸੇ ਤਰ੍ਹਾਂ ਹੀ ਸਿੰਸ ਅਤੇ ਫॉर ਤੁਸੀਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਅਤੇ ਪਾਸਟ ਪਰਫੈਕਟ ਕੰਟੀਨਿਊਸ ਵਿੱਚ ਵੀ ਯੂਜ਼ ਕਰਨਾ ਹੈ। ਉਸ ਤੋਂ ਅੱਗੇ ਹੈ ਦ ਫਾਰਮਰਸ ਵਿਲ ਹੈਵ ਬੀਨ ਵਰਕਿੰਗ ਇਨ ਦ ਫੀਲਡਸ ਫॉर 5 ਆਵਰਸ। ਜੋ ਕਿਸਾਨ ਹਨ ਉਹ ਕੰਮ ਕਰ ਰਹੇ ਹੋਣਗੇ ਖੇਤਾਂ ਦੇ ਵਿੱਚ 5 ਘੰਟਿਆਂ ਤੋਂ। ਕਲੀਅਰ? ਜੇਕਰ ਅਸੀਂ ਇਹੀ ਕਹਿ ਦਈਏ ਕਿ ਕਿਸਾਨ ਖੇਤਾਂ ਵਿੱਚ ਕੰਮ ਕਰ ਰਹੇ ਹੋਣਗੇ ਇਹ ਤਾਂ ਫਿਊਚਰ ਕੰਟੀਨਿਊਸ, ਪਰ ਜਦ 5 ਘੰਟਿਆਂ ਤੋਂ ਅਸੀਂ ਕਹਿ ਰਹੇ ਹਾਂ ਤਾਂ ਉਹ ਫਿਊਚਰ ਪਰਫੈਕਟ ਕੰਟੀਨਿਊਸ ਹੋ ਗਿਆ। ਅਸੀਂ ਟਾਈਮ ਮੈਂਸ਼ਨ ਕਰ ਰਹੇ ਹਾਂ। ਕਲੀਅਰ? ਇੱਥੇ ਫॉर 5 ਆਵਰਸ ਲੱਗਿਆ ਹੈ ਕਿਉਂਕਿ ਇਹ ਕੁਆਂਟੀਟੀ ਆਫ ਟਾਈਮ ਹੈ, ਕੋਈ ਸਟਾਰਟਿੰਗ ਆਫ ਟਾਈਮ ਨਹੀਂ ਹੈ। ਜੇਕਰ ਸਟਾਰਟਿੰਗ ਆਫ ਟਾਈਮ ਸੀ ਸਿੰਸ ਮਾਰਨਿੰਗ ਤਾਂ ਅਸੀਂ ਸਿੰਸ ਲਗਾਇਆ ਸੀ, ਕੁਆਂਟੀਟੀ ਆਫ ਟਾਈਮ ਹੋਵੇ ਤਾਂ ਫॉर ਲਗਾਵਾਂਗੇ। By the end of this month I shall have been teaching here for 3 years. ਇਸ ਮਹੀਨੇ ਦੇ ਐਂਡ ਤੱਕ ਮੈਂ ਇੱਥੇ ਪੜ੍ਹਾ ਰਿਹਾ ਹੋਵਾਂਗਾ 3 ਸਾਲਾਂ ਤੋਂ। ਕਲੀਅਰ? ਇਸ ਮਹੀਨੇ ਦਾ ਜਦ ਐਂਡ ਆਵੇਗਾ ਨਾ ਮੈਂ ਇੱਥੇ 3 ਸਾਲਾਂ ਤੋਂ ਪੜ੍ਹਾ ਰਿਹਾ ਹੋਵਾਂਗਾ। ਕਲੀਅਰ? ਇਸ ਵਿੱਚ ਵੀ ਕੀ ਹੈ ਕੁਆਂਟੀਟੀ ਆਫ ਟਾਈਮ ਮੈਂਸ਼ਨ ਕਰ ਰਹੇ ਹਨ ਤਾਂ ਅਸੀਂ ਕੀ ਯੂਜ਼ ਕਰ ਲਿਆ ਇੱਥੇ ਫॉर। To convert this tense into negative we use not with will or shall। ਜੋ ਅਸੀਂ will ਜਾਂ shall use ਕਰਦੇ ਆ ਰਹੇ ਹਾਂ ਨਾ ਹੈਲਪਿੰਗ ਵਰਬ, ਜਦ ਇਸ ਟੈਂਸ ਨੂੰ ਨੈਗੇਟਿਵ ਵਿੱਚ ਕਨਵਰਟ ਕਰਨਾ ਹੈ ਤਾਂ ਉਸੇ will ਜਾਂ shall ਦੇ ਨਾਲ ਅਸੀਂ not ਲਗਾ ਦੇਵਾਂਗੇ। will or shall other part of the sentence remains same। ਜੋ ਦੂਜਾ ਬਾਕੀ ਹਿੱਸਾ ਰਹਿ ਗਿਆ ਨਾ ਅਦਰ ਪਾਰਟ ਜੋ ਸੈਂਟੈਂਸ ਦਾ ਰਹਿ ਗਿਆ ਉਹ ਉਸੇ ਤਰ੍ਹਾਂ ਹੀ ਰਹੇਗਾ। ਐਗਜ਼ਾਮਪਲ ਦੇਖੋ ਲਤਾ will not have been singing since morning। ਲਤਾ ਸਵੇਰ ਤੋਂ ਨਹੀਂ ਗਾ ਰਹੀ ਹੋਵੇਗੀ। ਹੁਣ ਵੇਖੋ ਬੇਟੇ ਇਹ ਕੀ ਹੈ will ਦੇ ਨਾਲ ਅਸੀਂ not ਲਗਾ ਦਿੱਤਾ। ਕਲੀਅਰ? ਇਹ ਨੈਗੇਟਿਵ ਸੈਂਟੈਂਸ ਹੋ ਗਿਆ। ਉਸ ਤੋਂ ਅੱਗੇ ਹੈ to convert this tense into interrogative will or shall is used before subject। ਇੰਟੈਰੋਗੇਟਿਵ ਵਿੱਚ ਕਨਵਰਟ ਕਰਦੇ ਆ ਨਾ ਜਦ ਅਸੀਂ will ਜਾਂ shall ਅਸੀਂ ਕਿੱਥੇ ਯੂਜ਼ ਕਰਦੇ ਹਾਂ ਸਬਜੈਕਟ ਤੋਂ ਅੱਗੇ ਆ ਜਾਂਦਾ ਹੈ ਉਹ।
जो भी साडा सब्जैक्ट लग्या होया है, ही शी इट जां किसी दा नेम है जां वी है जां दे है, उस तो अगे आ जाएगा विल जां शैल। एंड अदर पार्ट रिमेन सेम, बाकी पार्ट सेम ही रहेगा सेंटेंस का। इत्थे देखो जो लता सब्जैक्ट है, विल कित्थे आ गया, उस तो अगे आ गया। विल लता हैव बीन सिंगिंग सिंस मॉर्निंग, की लता सवेर तो गा रही होवेगी, इंटैरोगेटिव विच है। ते एक गल का बेटे ध्यान रखो, जो बीन है वो वर्ब की फॉर्म के सामने ही रहेगा, अगे ही रहेगा हर एक सेंटेंस में, चाहे वो सिंपल सेंटेंस है जां नैगेटिव है जां इंटैरोगेटिव है। बीन हमेशा कित्थे रखना, तुसीं वर्ब फॉर्म के मूहरे ही रखना। नोट, if, when, where or any other word of WH family is used, जेकर WH family विचों कोई word use किया गया, जिस तरह when है, where है जां how भी हो सकता है in sentence, then that word is used before will or shall in interrogative sentence। तो जो उस तरह का word है, कोई when है, where है, how है, इस तरह का कोई word है, उसनों असीं will जां shall तो भी अगे लगा लेंगे हैं। क्लीयर। इत्थे एग्जाम्पल देखो, वेयर विल लता हैव बीन सिंगिंग सिंस मॉर्निंग, कित्थे लता गा रही होवेगी सवेर तो। क्लीयर। ये देखो बेटे इत्थे वेयर है, असी वैसे तो इंटैरोगेटिव विच कन्वर्ट करने के लिए विल जां शैल सब्जैक्ट तो अगे लगा दिंदे आ, पर जेकर विच कित्थे, कदों, किवें, इस तरह का कोई वर्ड आ जाता ना जिसनों WH फैमिली वाला वर्ड कहते हैं, वो विल जां शैल तो भी पहला लग जाएगा। इस गल नूं ध्यान रखना है। नोट, इफ सेम सेंटेंस इज नैगेटिव आल्सो देन नॉट इज यूज्ड आफ्टर सब्जैक्ट। हुण ये देखो बेटे कई बार की है सेंटेंस इंटैरोगेटिव भी हुंदा है अते नाल ही वो की हुंदा नैगेटिव भी हुंदा है। ये तिन्ने दोने जो क्वालिटीज हैं, नैगेटिव भी है वो इंटैरोगेटिव भी है, एक ही सेंटेंस में आ जांदियां हन। उसकी एक एग्जाम्पल आपां करदे हां, वेयर प्लस WH फैमिली वाला वर्ड भी आ रहा है, वेयर विल लता नॉट हैव बीन सिंगिंग सिंस मॉर्निंग, लता कित्थे सुबह तो नहीं गा रही होवेगी। हुण नैगेटिव भी है, इंटैरोगेटिव भी है, तां तुसीं की करना है, इंटैरोगेटिव दे लई जो असीं करदे हां सब्जैक्ट दे अगे विल लगा दिता, जेकर WH फैमिली वाला वर्ड आया तो वह विल तो भी पहला लग गया। जेकर यही सेंटेंस नैगेटिव भी है तो सब्जैक्ट तो बाद तुसीं नॉट लगा देना है। क्लीयर। ये नैगेटिव भी हो गया सेंटेंस, इंटैरोगेटिव भी हो गया। अगे तुहाडी प्रैक्टिस दे लई एक एक्सरसाइज दी हुई है, फिल इन द ब्लैंक्स विद द फ्यूचर परफेक्ट कंटीन्यूअस टेंस यूजिंग द वर्ब्स गिवन इन द ब्रैकेट्स। क्लीयर। वर्ब जो ब्रैकेट्स दे विच दित्तियां हुई हैं, इन्हां नूं यूज करके असीं की करना है, इन्हां ब्लैंक्स नूं कन्वर्ट करना है फ्यूचर परफेक्ट कंटीन्यूअस टेंस विच। इट डैश की लगाओगे हुण इत्थे, इट विल हैव बीन, बीन कित्थे आवेगा, वर्ब फॉर्म दे मूहरे। इट विल हैव बीन रेनिंग फॉर 2 आवर्स, रेन दे नाल असीं वर्ब फॉर्म नाल ING लगाती। इट विल हैव बीन रेनिंग, बीन कित्थे आया, वर्ब फॉर्म दे मूहरे, फॉर 2 आवर्स। दे विल हैव बीन लिविंग हेयर फॉर मैनी ईयर्स, ओह इत्थे कई सालों तो रह रहे होणगे। शी विल हैव बीन टीचिंग इंग्लिश सिंस 1980, 1980 तो वह इंग्लिश पढ़ा रही होगी। क्लीयर। ये इंटैरोगेटिव है, जब ब्लैंक ही है सब्जैक्ट दे अगे आ जाए, सब्जैक्ट तो पहला आ जाए तो वह इंटैरोगेटिव सेंटेंस होंदा है। तो की करोगे तुसीं, विल जां शैल सब्जैक्ट दे अगे लगाओगे। शी तो अगे की लगावांगे असीं, विल। विल शी हैव बीन वर्किंग इन दिस ऑफिस सिंस 1985, की वह इस ऑफिस विच 1985 तो काम कर रही होगी। वट, ये भी इंटैरोगेटिव सेंटेंस है, सानू पता लग रहा है कि WH फैमिली का वर्ड आ रहा है मूहरे। वट विल यू, क्लीयर। वट विल यू डैश, राइट दिता होया, वट विल यू हैव बीन राइटिंग फॉर 2 आवर्स, तुसी 2 घंटिया तो की लिख रहे होवोगे। क्लीयर। वट अगे आ गया, विल भी अगे आया क्योंकि इंटैरोगेटिव है, सब्जैक्ट तो अगे विल लगा दिता सी, वट इन्होंने पहले लगाया होया। वट विल यू हैव बीन राइटिंग फॉर 2 आवर्स। वेयर विल युवराज हैव बीन प्लेइंग फॉर 1 आवर, युवराज 1 घंटे तो कित्थे खेड रहा होगा। क्लीयर।
नेक्स्ट है विल शी हैव बीन cooking food for the whole family for several years. Will she have been cooking food for the whole family for several years? ਕੀ ਉਹ ਭੋਜਨ ਪਕਾ ਰਹੀ ਹੋਵੇਗੀ ਸਾਰੇ ਪਰਿਵਾਰ ਦੇ ਲਈ ਕਈ ਸਾਲਾਂ ਤੋਂ? ਕਲੀਅਰ? I hope students you have enjoyed these three type of tenses, and as you know that there were four types in each part of sentences, like four types were in present present tense, and four types were in past series, and we had done four types in future series. Okay. Okay students, if you have any problem in these sentences and you want to know about anything, you can contact me. Thanks.